ਵੱਲੋਂ ਸਭ ਭੈਣ ਭਾਈਆਂ ਨੂੰ ਸਲਾਮ ਹੋਵੇ, ਜਾਤਕਾਂ ਬਜ਼ੁਰਗਾਂ ਤੇ ਮਾਈਆਂ ਨੂੰ ਸਲਾਮ ਹੋਵੇ। ਅੱਜ ਦੀ ਦਿਹਾੜੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਇੱਕ ਅਫਸੋਸਨਾਕ ਔਰ ਗਮਜ਼ਦਾ ਇੱਕ ਵਾਕਿਆ ਦੇ ਨਾਲ ਜੁੜੀ ਹੋਈ ਹੈ ਔਰ ਉਹ ਵਾਕਿਆ ਹੋਇਆ 2013 ਦੇ ਵਿੱਚ, ਜਦੋਂ ਆਲ ਸੇਂਟਸ ਚਰਚ ਪਿਸ਼ਾਵਰ ਦੇ ਉੱਤੇ ਇੱਕ ਬੰਬ ਧਮਾਕਾ ਜਿਹੜਾ ਹੈ ਕੁਛ ਜਿਹੜੇ ਸ਼ਰਪਸੰਦ ਅਨਾਸਰ ਨੇ ਉਹਨਾਂ ਨੇ ਕੀਤਾ ਔਰ ਸਾਡੇ 150 ਤੋਂ ਜ਼ਿਆਦਾ ਜਿਹੜੇ ਜੀ ਨੇ ਉਹਨਾਂ ਨੇ ਸ਼ਹਾਦਤ ਦਾ ਜਾਮ ਨੋਸ਼ ਕੀਤਾ ਔਰ ਯਿਸੂ ਮਸੀਹ ਦੇ ਨਾਲ ਜਾ ਕੇ ਤੇ ਅਬਦੀ ਜ਼ਿੰਦਗੀ ਦਾ ਹਿੱਸਾ ਬਣੇ। ਔਰ ਉਹਦੇ ਇਲਾਵਾ ਬਹੁਤ ਸਾਰੇ ਜਿਹੜੇ ਨੇ ਕੋਈ 500 ਤੋਂ ਜ਼ਿਆਦਾ ਜਿਹੜੇ ਲੋਕ ਸਨ ਉਹ ਜ਼ਖਮੀ ਹੋਏ ਸਨ ਔਰ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਅਪਾਹਜ ਹੋ ਗਏ। ਉਹਦੇ 'ਚ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਜ਼ਿਹਨੀ ਮਰੀਜ਼ ਬਣ ਗਏ। ਉਹ 'ਚ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਜਿਹੜੇ ਨੇ ਜ਼ਿਹਨੀ ਤੌਰ 'ਤੇ ਇੰਨਾ ਖੌਫਜ਼ਦਾ ਹੋ ਗਏ ਕਿ ਅੱਜ ਤੱਕ ਵੀ ਸ਼ਾਇਦ ਉਸ ਖੌਫ 'ਚੋਂ ਔਰ ਉਸ ਸ਼ੌਕ 'ਚੋਂ ਨਹੀਂ ਨਿਕਲ ਸਕੇ। ਇਹ ਸਾਰੀਆਂ ਗੱਲਾਂ ਦੇ ਨਾਲ ਨਾਲ ਲੇਕਿਨ ਉਸ ਦਿਨ ਅਸਲ ਦੇ ਵਿੱਚ ਕੀ ਹੋਇਆ, ਉਸ ਦਿਨ ਅਕਲੀਅਤਾਂ ਦੇ ਉੱਤੇ ਇੱਕ ਬਹੁਤ ਵੱਡਾ ਹਮਲਾ ਹੋਇਆ ਔਰ ਕੁਛ ਲੋਕਾਂ ਨੇ ਇਹਨੂੰ ਤਾਬੀਰ ਕੀਤਾ ਕਿ ਰਿਆਸਤ ਸਾਡੇ ਲਈ ਕੁਛ ਨਹੀਂ ਕਰ ਰਹੀ, ਕੁਛ ਲੋਕਾਂ ਨੇ ਤਾਬੀਰ ਕੀਤਾ ਕਿ ਰਿਆਸਤ ਸਾਡੇ ਨਾਲ ਖੜੀ ਹੈ ਔਰ ਜਿਹੜਾ ਇਹ ਸ਼ਰਪਸੰਦ ਅਨਾਸਰ ਨੇ, ਇਹ ਜਨੂਨੀ ਅਨਾਸਰ ਨੇ, ਇਹ ਜਿਹੜੇ ਮੁਲਕ ਦੇ ਵਿੱਚ ਸਾਡੀ ਅਮਨ ਨੂੰ ਸਬੋਤਾਜ ਕਰਨਾ ਚਾਹੁੰਦੇ ਨੇ, ਇਹ ਉਹਨਾਂ ਦੀ ਇੱਕ ਕਾਰਵਾਈ ਹੈ ਔਰ ਅਸੀਂ ਇਹ ਇੱਕ ਬੁਜ਼ਦਿਲਾਨਾ ਫੇਲ ਹੈ। ਅੱਜ ਜਦੋਂ ਅਸੀਂ ਇੰਨੇ ਸਾਲਾਂ ਦੇ ਬਾਅਦ 8-9 ਸਾਲ ਦੇ ਬਾਅਦ ਇੱਥੇ ਬੈਠ ਕੇ ਅੱਜ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ। ਅੱਜ ਉਹਨਾਂ ਸ਼ਹੀਦਾਂ ਦੀ ਬਰਸੀ ਹੈ ਔਰ ਉਹਨਾਂ ਜ਼ਖਮੀਆਂ ਨੂੰ ਯਾਦ ਕਰਨ ਦਾ ਦਿਨ ਹੈ। ਸਿਰਫ ਯਾਦ ਕਰਨਾ ਕਾਫੀ ਨਹੀਂ ਹੈ ਮੇਰੀ ਨਜ਼ਰ ਦੇ ਵਿੱਚ। ਜਦੋਂ ਨੈਸ਼ਨਲ ਨਿਊਜ਼ ਜਿਹੜਾ ਹੈ ਕਿਉਂ ਜੋ ਅਕਲੀਅਤਾਂ ਦੀ ਆਵਾਜ਼ ਹੈ ਤੇ ਅਸੀਂ ਸਿਰਫ ਅਕਲੀਅਤਾਂ ਦੀ ਉਹ ਆਵਾਜ਼ ਨਹੀਂ ਕਿ ਜਿਹੜੀ ਇੱਕ ਵਾਰੀ ਮਤਲਬ ਆਵਾਜ਼ ਦਿੱਤੀ ਔਰ ਉਹਦੇ ਬਾਅਦ ਸੌਂ ਗਏ। ਅਸੀਂ ਅਕਲੀਅਤਾਂ ਦੇ ਹਰ ਜਿਹੜਾ ਇੱਕ ਪਹਿਲੂ ਹੈ ਉਹਦੇ ਉੱਤੇ ਗੱਲ ਜਿਹੜੀ ਹੈ ਜਾਰੀ ਰੱਖਦੇ ਹਾਂ ਔਰ ਨਾ ਸਿਰਫ ਅਸੀਂ ਗੱਲ ਜਾਰੀ ਰੱਖਦੇ ਹਾਂ ਬਲਕਿ ਲੋਕਾਂ ਨੂੰ ਯਾਦ ਕਰਾਉਂਦੇ ਰਹਿੰਦੇ ਹਾਂ। ਜਿਵੇਂ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅਸੀਂ ਸ਼ਹੀਦਾਂ ਦੀ ਯਾਦ 'ਚ ਤੇ ਜ਼ਖਮੀਆਂ ਦੀ ਯਾਦ ਦੇ ਵਿੱਚ ਜਿਹੜਾ ਹੈ ਉਹ ਕੰਡਕਟ ਕਰ ਰਹੇ ਹਾਂ। ਅੱਜ ਸਾਡੀ ਖੁਸ਼ਕਿਸਮਤੀ ਇਹ ਹੈ ਕਿ ਸਾਡੇ ਨਾਲ IMRF ਯਾਨੀ ਇੰਪਲੀਮੈਂਟੇਸ਼ਨ ਮਾਈਨੋਰਿਟੀਜ਼ ਜਿਹੜਾ ਫੋਰਮ ਹੈ ਉਹਦੇ ਚੇਅਰਮੈਨ ਜਨਾਬ ਸੈਮੂਅਲ ਪਿਆਰਾ ਸਾਹਿਬ ਵੀ ਮੌਜੂਦ ਨੇ। ਸੈਮੂਅਲ ਪਿਆਰਾ ਸਾਹਿਬ ਉਹ ਸ਼ਖਸ ਨੇ ਜਿਨ੍ਹਾਂ ਨੇ ਉਸ ਦਿਨ ਜਾ ਕੇ ਉੱਥੇ ਤੇ ਬਕੌਲ ਇਹਨਾਂ ਦੇ ਜਿਹੜੇ ਸਾਡੇ ਸ਼ਹੀਦ ਸਨ ਉਹਨਾਂ ਦੇ ਜਸਦੇ ਖਾਕੀ ਜਿਹੜੇ ਨੇ ਉਹਨਾਂ ਦੇ ਜਿਹੜੇ ਹਿੱਸੇ ਸਨ ਉਹਨਾਂ ਨੂੰ ਇਕੱਠਿਆਂ ਕੀਤਾ ਹੈ। ਉਹਨਾਂ ਨੇ ਖੂਨ ਔਰ ਉਹ ਜਿਹੜਾ ਹੈ ਗੋਸ਼ਤ ਜਿਹੜਾ ਹੈ ਆਪਣੇ ਹੱਥਾਂ ਨਾਲ ਇਕੱਠਾ ਕੀਤਾ ਹੋਇਆ ਹੈ। ਅੱਜ ਅਸੀਂ ਜ਼ਰੂਰ ਕਹਿੰਦੇ ਕਿ ਸਾਡੇ ਲਈ ਗਮ ਦਾ ਦਿਨ ਹੈ ਲੇਕਿਨ ਇਹ ਦਰਅਸਲ ਬਹੁਤ ਵੱਡੀ ਗਵਾਹੀ ਦਾ ਦਿਨ ਸੀ। ਸੋ ਮੈਂ ਸੋਚਿਆ ਔਰ ਇਹ ਮੁਨਾਸਬ ਹੋਇਆ ਕਿ ਸਾਡੇ ਲਈ ਸੈਮੂਅਲ ਪਿਆਰਾ ਸਾਹਿਬ ਵਰਗੇ ਅੱਛੇ ਵਿਟਨੈਸ ਜਿਹੜੇ ਉਸ ਵਾਕਿਏ ਦੇ ਨੇ ਉਹ ਸਾਡੇ ਨਾਲ ਤਸ਼ਰੀਫ ਲਿਆਏ ਔਰ ਉਹਦੇ ਬਾਅਦ ਉਹਨਾਂ ਦੀ ਜ਼ਿਹਨੀ ਹਾਲਤ ਔਰ ਕੈਫੀਅਤ ਇਹ ਹੋਈ ਕਿ ਉਹਨਾਂ ਨੇ ਇਸੇ ਹੀ ਕੰਮ ਨੂੰ ਮੋਟੀਵੇਸ਼ਨ ਬਣਾ ਕੇ ਇੱਕ ਬਹੁਤ ਵੱਡਾ ਇਦਾਰਾ ਜਿਹਨੂੰ ਅਸੀਂ ਇੰਪਲੀਮੈਂਟੇਸ਼ਨ ਜਿਹੜਾ ਮਾਈਨੋਰਿਟੀ ਰਾਈਟਸ ਫੋਰਮ ਜਿਹੜਾ ਹੈਗਾ ਉਹਦੇ ਨਾਲ ਉਹ ਬਣਾਇਆ ਔਰ ਉਹਦੇ ਬਾਅਦ ਫਿਰ ਉੱਤੇ ਕਾਫੀ ਸਾਰਾ ਕੰਮ ਵੀ ਹੋਇਆ। ਉਹ ਕੰਮ ਕੀ ਹੋਇਆ, ਕਿਸ ਤਰ੍ਹਾਂ ਹੋਇਆ, ਉਹਦੇ ਬਹੁਤ ਸਾਰੇ ਜਿਹੜੇ ਨੇ ਲੋਕ ਸਾਡੇ ਦੋਸਤ ਜਿਹੜੇ ਨੇ ਉਹ ਕਹਿੰਦੇ ਨੇ ਕਿ ਉਹਨਾਂ ਨੇ ਉਹ ਕੰਮ ਕੀਤਾ। ਪਰ ਅੱਜ ਅਸੀਂ ਇਹਨਾਂ ਕੋਲੋਂ ਪੁੱਛਾਂਗੇ ਕਿਉਂਕਿ ਇਹਨਾਂ ਦੇ ਕੋਲ ਕੋਈ ਇਸ ਗੱਲ ਦੇ ਦਾਅਵੇਦਾਰ ਨੇ ਕਿ ਇਹਨਾਂ ਦੇ ਕੋਲ ਸਾਰੇ ਸਬੂਤ ਵੀ ਮੌਜੂਦ ਨੇ ਕਿ ਇਹਨਾਂ ਨੇ ਜਿਹੜਾ ਹੈ ਆਪਣੀ ਕੌਮ ਦੀ ਖਿਦਮਤ ਜਿਹੜੀ ਹੈ ਉਹ ਕਿਸ ਤਰ੍ਹਾਂ ਕੀਤੀ ਹੈ। ਯਾਨੀ ਖੂਨ ਦੇ ਔਰ ਗੋਸ਼ਤ ਦੇ ਲੋਥੜੇ ਚੁੱਕਣ ਤੋਂ ਲੈ ਕੇ ਤੇ ਉਹਨਾਂ ਨੂੰ ਜਿਹੜਾ ਹੈ ਕੰਪਨਸੇਸ਼ਨ ਯਾਨੀ ਜਿਹੜੀ ਹੈ ਹਕੂਮਤ ਨੇ ਅਨਾਉਂਸ ਕੀਤੀ ਸੀ ਉਹ ਅਨਾਉਂਸ ਕਰਵਾਉਣ ਤੱਕ ਔਰ ਉਹਦੇ ਬਾਅਦ ਫਿਰ ਉਹਦਾ ਜਿਹੜਾ ਹੈ ਪਿੱਛਾ ਕਰਨ ਤੱਕ ਇਹਨਾਂ ਨੇ ਕੀ ਕੁਛ ਕੀਤਾ ਹੈ। ਅੱਜ ਅਸੀਂ ਇਹਨਾਂ ਨਾਲ ਗੱਲ ਵੀ ਕਰਾਂਗੇ ਔਰ ਉਸ ਸਾਰੇ ਵਾਕਿਏ ਨੂੰ ਵੀ ਯਾਦ ਕਰਾਂਗੇ। ਸੈਮੂਅਲ ਪਿਆਰਾ ਸਾਹਿਬ ਅੱਜ ਦੀ ਗੱਲ 'ਚ ਬਹੁਤ ਬਹੁਤ ਜੀ ਆਇਆਂ ਨੂੰ। ਔਰ ਅੱਜ ਕਿਉਂਕਿ ਸਾਡੇ ਜਿਹੜੇ ਪਿਸ਼ਾਵਰ ਦੇ ਆਲ ਸੇਂਟਸ ਚਰਚ ਦੇ ਸ਼ਹਾਦਾ ਨੇ ਅੱਜ ਉਹਨਾਂ ਦਾ ਯੋਮ ਸ਼ਹਾਦਤ ਹੈ। ਉਹਦੇ ਵਾਸਤੇ ਤੁਹਾਨੂੰ ਖਾਸ ਤੌਰ 'ਤੇ ਕੁਝ ਸਵਾਲ ਨੇ ਜਿਹੜੇ ਇੱਥੇ ਸਾਡੇ ਇਰਦ ਗਿਰਦ ਘੁੰਮਦੇ ਫਿਰਦੇ ਨੇ ਉਹ ਕਰਨੇ ਨੇ ਔਰ ਕਿਉਂ ਜੋ ਤੁਸੀਂ ਕਲੇਮ ਕਰਦੇ ਹੋ ਕਿ ਤੁਸੀਂ ਇਸ ਸਾਰੀ ਤਹਿਰੀਕ ਦਾ ਹਿੱਸਾ ਰਹੇ ਹੋ ਤੇ ਅਸੀਂ ਜ਼ਰਾ ਤੁਹਾਡੇ ਕੋਲ ਪੁੱਛ ਲੈਂਦੇ ਹਾਂ ਕਿ ਗੱਲ ਕਿਸ ਤਰ੍ਹਾਂ ਹੈ। ਮੇਰਾ ਪਹਿਲਾ ਸਵਾਲ ਇਹ ਹੈ, ਸਭ ਤੋਂ ਪਹਿਲਾਂ ਇਹ ਗੱਲ ਹੈ ਕਿ ਜਿਹੜੀ ਕੰਪਨਸੇਸ਼ਨ ਹੈ ਜਿਹੜੇ ਕੋਈ ਪੈਸੇ ਧੇਲੇ ਹਕੂਮਤ ਨੇ ਅਨਾਉਂਸ ਕੀਤੇ ਸਨ ਤੇ ਉਹ ਕਾਫੀ ਸਾਰੇ ਪੈਸੇ ਸਨ, ਉਹ ਪੈਸੇ ਪਤਾ ਲੱਗਾ ਹੈ ਕਿ ਹਾਲੇ ਤੱਕ ਲੋਕਾਂ ਨੂੰ ਮਿਲੇ ਨਹੀਂ ਔਰ ਉਹ ਕਿਉਂ ਨਹੀਂ ਮਿਲੇ ਔਰ ਜਾਂ ਉਹਨਾਂ ਦੀ ਕੀ ਸਟੇਟਸ ਹੈ ਉਹ ਜ਼ਰਾ ਪਲੀਜ਼ ਦੱਸਿਆ ਜੇ। ਗੱਲ ਇਹ ਹੈ ਕਿ ਕਿਹੜਾ ਤੁਹਾਡਾ ਸਵਾਲ ਹੈ ਉਹਦਾ ਮੈਂ ਜਵਾਬ ਦੇਣ ਲੱਗਾ ਵਾਂ। ਸਭ ਤੋਂ ਪਹਿਲੇ ਤੇ ਨਾਸਰ ਸਾਹਿਬ ਕੰਪਨਸੇਸ਼ਨ ਜਿਹੜੀ ਹੈ ਉਹ KPK ਕਿਹੜੀ ਗੌਰਮੈਂਟ ਹੈ ਉਸ ਐਕਟ ਦੇ ਤਹਿਤ 5 ਲੱਖ ਸ਼ਹੀਦਾਂ ਨੂੰ ਔਰ ਮਾਮੂਲੀ ਜ਼ਖਮੀ ਔਰ ज़्यादा ਜ਼ਖਮੀ ਜਿਹੜੇ ਲੋਕ ਨੇ ਉਹਨਾਂ ਨੂੰ ਕੰਪਨਸੇਸ਼ਨ ਕੰਪਲੀਟ ਮਿਲ ਚੁੱਕੀ ਹੈ। ਕੰਪਲੀਟ ਮਿਲ ਚੁੱਕੀ ਹੈ ਔਰ ਦੂਸਰਾ ਮਾਮਲਾ ਸੀ ਜਿਹੜਾ ਕਿ ਅਨਾਉਂਸਮੈਂਟਸ ਹੋਈਆਂ ਉੱਥੇ ਜੀ, ਉੱਥੇ ਪੀਪਲਸ ਪਾਰਟੀ ਨੇ ਵੀ ਅਨਾਉਂਸ ਕੀਤਾ, ਉੱਥੇ
ਜਦੋਂ ਪੀਪਲਸ ਪਾਰਟੀ ਨੇ ਅਨਾਉਂਸ ਕੀਤਾ ਉਸ ਵਕਤ ਮੈਂ ਬਿਲਕੁਲ ਸਲਾਮਬਾਦ ਸਾਂ। ਔਰ ਜਿਸ ਨਾਲ ਹੀ ਮੇਰੇ ਦੋਸਤ ਸਲੀਮ ਗੈਬਰੀਅਲ ਸਾਹਿਬ ਅੱਜ ਕੱਲ੍ਹ ਕੈਨੇਡਾ 'ਚ ਨੇ, ਉਹਨਾਂ ਮੈਨੂੰ ਫੋਨ ਕੀਤਾ ਕਿ ਟੀਵੀ ਦੇਖੋ ਬਲਾਸਟ ਹੋ ਗਿਆ ਹੈ। ਵਿਦਨ 2.5 ਘੰਟੇ ਦੇ ਅੰਦਰ ਅੰਦਰ ਅਸੀਂ ਉੱਥੇ ਪਹੁੰਚ ਗਏ ਸਾਂ। ਔਰ ਜਿਹੜੀ ਸੂਰਤ-ਹਾਲ ਅਸੀਂ ਦੇਖੀ, ਤੁਸੀਂ ਯਕੀਨ ਨਹੀਂ ਕਰਨਾ ਕਿ ਲੋਕ ਕੱਟੇ ਔਰ ਜਿਸਮ। ਲੇਕਿਨ ਮੈਂ ਇਹਨੂੰ ਸਮਝਣਾ ਵਾਂ ਕਿ ਮਿਨੋਰਿਟੀ ਦੀ ਕੋਈ ਚਰਚ ਜਾਂ ਮਿਨੋਰਿਟੀ ਵਾਸਤੇ ਦਹਿਸ਼ਤਗਰਦੀ ਨਹੀਂ ਸੀ। ਇਹ ਪੂਰੇ ਮੁਲਕ 'ਚ ਉਦੋਂ ਦਹਿਸ਼ਤਗਰਦੀ ਹੋ ਰਹੀ ਸੀ। ਲੇਕਿਨ ਸਾਡੇ ਮੁਸਲਮਾਨ ਲੋਕਾਂ ਨੇ ਆਪਣੀਆਂ ਦੁਕਾਨਾਂ ਤੋਂ ਕੱਪੜੇ ਅੰਦਰ ਸੁੱਟੇ ਨੇ, ਕਿਉਂਕਿ ਬੱਚੀਆਂ ਦੇ ਜਿਸਮ ਜਿਹੜੇ ਸੀ ਉਹ ਫਟ ਚੁੱਕੇ ਸੀ, ਕੱਪੜੇ ਫਟ ਗਏ ਸੀ। ਅਜੀਬ ਸੂਰਤ-ਹਾਲ ਸੀ। ਔਰ ਉਹਨਾਂ ਲੋਕਾਂ ਨੇ ਮਦਦ ਔਰ ਬਲੱਡ ਵੀ ਉਹਨਾਂ ਲੋਕਾਂ ਨੇ ਕੀਤਾ ਹੈ, ਕਿਉਂਕਿ ਸਾਡੇ ਲੋਕ ਤੇ ਉਸ ਵਕਤ ਤੋਂ ਹੋਸ਼ੋ-ਹਵਾਸ ਖੋ ਚੁੱਕੇ ਸਨ। ਔਰ ਪਹਿਲਾ ਕਿਹੜਾ ਇੰਟਰਵਿਊ ਵੀ ਦੁਨੀਆ ਨਿਊਜ਼ 'ਚ ਉਹ ਸਾਡਾ ਜਾਰੀ ਹੋਇਆ। ਔਰ ਮਾਮਲਾ ਇਸ ਚੀਜ਼ ਦਾ ਹੈਗਾ ਕਿ ਜਦੋਂ ਅਸੀਂ ਹਸਪੀਟਲਾਂ 'ਚ ਗਏ, ਸਾਰਾ ਸਿਲਸਿਲਾ ਦੇਖਿਆ ਔਰ ਕੋਈ ਯਾਨੀ ਕਿ 2.5 ਘੰਟੇ ਤੋਂ ਬਾਅਦ ਉਹਦਾ ਨਾਂ ਕਿ ਬਿਸ਼ਪ ਸਾਹਿਬ ਵੀ ਤਸ਼ਰੀਫ ਲੈ ਆਏ ਔਰ ਉੱਥੇ ਅਸੀਂ ਯਾਨੀ ਤੁਸੀਂ, ਸੌਰੀ ਟੂ ਕੱਟ ਯੂ, ਤੁਸੀਂ ਇਸਲਾਮਾਬਾਦੋਂ ਪਿਸ਼ਾਵਰ 2.5 ਘੰਟਿਆਂ 'ਚ ਪਹੁੰਚ ਗਏ। ਔਰ ਬਿਸ਼ਪ ਆਫ ਪਿਸ਼ਾਵਰ ਜਿਹੜੇ ਨੇ, ਜੀ ਬਿਸ਼ਪ ਹੈਮਫਰੀ ਦੀ ਗੱਲ ਅਸੀਂ ਕਰ ਰਹੇ ਹਾਂ, ਉਹ ਉੱਥੇ ਹੁੰਦਿਆਂ ਹੋਇਆਂ ਵੀ ਨਹੀਂ ਉਹ ਉੱਥੇ ਨਹੀਂ ਸੀ ਹੈਗੇ, ਉਹ ਐਕਚੁਅਲੀ ਬੰਨੂ ਸਨ। ਅੱਛਾ ਬੰਨੂ ਤੋਂ, ਹਾਂਜੀ, ਉਹ ਲੇਟ ਆਏ। ਲੇਕਿਨ ਥੈਂਕ ਗਾਡ ਕਿ ਉੱਥੇ ਉਸ ਵਕਤ ਤੱਕ तमाम ਹਾਲਾਤ ਸੂਰਤ-ਹਾਲ ਗਵਰਨਮੈਂਟ ਨੇ ਕਵਰ ਕਰ ਲਈ ਸੀ। ਲੇਕਿਨ ਕਿਉਂਕਿ ਐਕਸੀਡੈਂਟ ਬਹੁਤ ਵੱਡਾ ਸੀ, ਕਿਹੜੀ ਐਮਰਜੈਂਸੀ ਰਿਲੀਫ ਸੀ ਕਿਹੜਾ ਦੇਣਾ ਚਾਹੀਦਾ ਸੀ ਐਮਰਜੈਂਸੀ, ਉਹ ਸ਼ਾਇਦ ਇੰਨਾ ਅੱਛਾ ਨਹੀਂ ਸੀ। ਲੇਕਿਨ ਜੋ ਗਵਰਨਮੈਂਟ ਕਰ ਸਕਦੀ ਸੀ ਉਹਨਾਂ ਨੇ ਕੀਤਾ। ਲੇਕਿਨ ਕਿਹੜਾ ਰਿਹਾ ਤੁਹਾਡਾ ਸਵਾਲ ਕੰਪਨਸੇਸ਼ਨ ਦਾ, ਕੰਪਨਸੇਸ਼ਨ ਟੋਟਲ ਮਿਲ ਗਈ ਹੈ। ਉਸ ਤੋਂ ਬਾਅਦ ਹਾਲਾਤ ਇਸ ਤਰ੍ਹਾਂ ਦੇ ਪੈਦਾ ਹੋਏ ਕਿ ਸਾਡੇ ਕਿਹੜੇ ਬੱਚੇ ਸਨ ਬਹੁਤ ਜ਼ਿਆਦਾ ਬਰਨ ਹੋਏ ਗਏ, ਕਿਉਂਕਿ ਇਸ ਤਰ੍ਹਾਂ ਦਾ ਕੈਮੀਕਲ ਇਸਤੇਮਾਲ ਕੀਤਾ ਗਿਆ ਸੀ ਕਿ ਕਈ ਲੋਕਾਂ ਦੇ ਧੜ ਜਿਹੜੇ ਸੀ ਉਹ ਜਲ ਗਏ ਸਨ ਤੇ ਬੱਚੇ ਜ਼ਖਮੀ ਸਨ। ਲੇਕਿਨ ਮੈਂ ਅੱਜ ਉਸ ਦਲੇਰ ਆਦਮੀ ਦਾ ਵੀ ਨਾਂ ਲਾਂਗਾ, ਜੋਜ਼ਫ ਫਰਾਂਸਿਸ ਸਾਹਿਬ ਨੇ ਇੱਕ ਬੜੀ ਸਟਰੋਂਗ ਪ੍ਰੈਸ ਕਾਨਫਰੰਸ ਕੀਤੀ, ਅਸੀਂ ਨਾਲ ਸਾਂ। ਔਰ ਉਸ ਤੋਂ ਬਾਅਦ ਅਸੀਂ ਮੀਟਿੰਗਸ ਕੀਤੀਆਂ ਚਾਰੋਂ MS ਨਾਲ, ਕਿ ਕਿਉਂਕਿ KPK 'ਚ ਕੋਈ ਬਰਨ ਯੂਨਿਟ ਨਹੀਂ ਸੀ ਔਰ ਬਰਨ ਯੂਨਿਟ ਕਿਸ ਹੋਇਆ, ਫਿਰ ਪਰਮਿਸ਼ਨ ਹੋਈ ਔਰ तमाम ਬੱਚੇ ਨੇ ਜਿਹੜੇ 6 ਬੱਚੇ ਜਿਹੜੇ ਅਸੀਂ ਸ਼ਿਫਟ ਕੀਤੇ ਪਿਮਸ ਹਸਪੀਟਲ ਇਸਲਾਮਾਬਾਦ 'ਚ। ਔਰ ਮੈਂ ਸਪੈਸ਼ਲੀ ਪ੍ਰੋਫੈਸਰ ਤਾਰਕ ਸਾਹਿਬ ਦਾ ਸ਼ੁਕਰਗੁਜ਼ਾਰ ਹਾਂ ਪਿਮਸ ਹਸਪੀਟਲ ਦਾ, ਉਹਨਾਂ ਨੇ ਬੜਾ ਜ਼ਬਰਦਸਤ ਕਿਸਮ ਦਾ ਟ੍ਰੀਟਮੈਂਟ ਕੀਤਾ। ਔਰ ਇਹਦੇ ਤੇ ਐਸੇ ਅਜੀਬ ਵਾਕਿਆਤ ਹੋਏ ਨੇ ਕਿਹੜੇ ਬੰਦਾ ਸੁਣ ਕੇ ਪਰੇਸ਼ਾਨ ਹੋ ਜਾਂਦਾ ਹੈ। ਲੇਕਿਨ ਮੈਂ ਸਮਝਣਾ ਵਾਂ ਕਿ ਕੰਪਨਸੇਸ਼ਨ ਮਿਲ ਗਈ। ਔਰ ਉਸ ਤੋਂ ਬਾਅਦ ਅਗਰ ਕੰਪਨਸੇਸ਼ਨ ਮਿਲ ਗਈ ਤਾਂ ਫਿਰ ਇਹ ਵਾਲੀ ਗੱਲ ਕਿਉਂ ਘੁੰਮ ਰਹੀ ਹੈ ਕਿ ਕੰਪਨਸੇਸ਼ਨ ਨਹੀਂ ਮਿਲੀ? ਜੀ ਬਿਲਕੁਲ ਮੈਂ ਦੱਸ ਰਹਾ ਵਾਂ, ਐਕਚੁਅਲੀ ਉਹ ਕੰਪਨਸੇਸ਼ਨ ਨਹੀਂ ਹੈ। ਕਦੋਂ ਐਲਾਨ ਕਰ ਦਿੱਤਾ ਆਪਣਾ ਪੀਪਲਸ ਪਾਰਟੀ ਨੇ ਵੀ, ਉਸ ਤੋਂ ਬਾਅਦ ਕਿਉਂਕਿ ਚੌਧਰੀ ਨਸਾਰ ਸਾਹਿਬ ਆਏ ਸੇਮ ਡੇ ਔਰ 10 ਦਿਨ ਬਾਅਦ ਨਵਾਜ਼ ਸ਼ਰੀਫ ਸਾਹਿਬ ਉੱਥੇ ਗਏ। ਠੀਕ ਹੈ ਜੀ, ਨਵਾਜ਼ ਸ਼ਰੀਫ ਸਾਹਿਬ ਜਦੋਂ ਗਏ ਨੇ, ਗਵਰਨਰ ਹਾਊਸ 'ਚ ਇੱਕ ਮੀਟਿੰਗ ਹੁੰਦੀ ਹੈ, ਮੀਟਿੰਗ 'ਚ ਬਿਸ਼ਪ ਸਾਹਿਬ ਹੁੰਦੇ ਨੇ, ਇਹਨਾਂ ਦੇ ਆਪਣੇ ਲੋਕ ਵੀ ਹੁੰਦੇ ਨੇ ਔਰ ਗਵਰਨਮੈਂਟ ਆਫੀਸ਼ੀਅਲਸ ਹੁੰਦੇ ਨੇ। ਉੱਥੇ ਪ੍ਰਾਈਮ ਮਿਨਿਸਟਰ ਸਾਹਿਬ ਪੁੱਛਦੇ ਨੇ ਕਿ ਮੈਂ ਤੇਰੇ ਲਈ ਕੀ ਕਰ ਸਕਣਾ ਵਾਂ। ਉਹ ਕੋਈ ਇਹਨਾਂ ਅਮਾਊਂਟ ਕੈਲਕੂਲੇਟ ਕੀਤੀ ਸੀ 35 ਕਰੋੜ ਰੁਪਇਆ ਬਿਸ਼ਪ ਸਾਹਿਬ ਦੱਸਦੇ ਨੇ। ਲੇਕਿਨ ਉਹਨਾਂ ਨੇ ਕਿਹਾ ਕਿ ਹਾਲੀ ਨਹੀਂ, ਇਸ ਤਰ੍ਹਾਂ ਹੈ ਕਿ 20 ਕਰੋੜ ਰੁਪਇਆ ਅਸੀਂ ਕਰ ਦਿੰਦੇ ਹਾਂ, 10 ਕਰੋੜ ਰੁਪਇਆ ਮੈਂ ਦਾਂਗਾ ਔਰ 10 ਕਰੋੜ ਰੁਪਇਆ ਯਾਨੀ ਕਿ ਵਜ਼ੀਰ ਆਲਾ ਸਾਹਿਬ ਬੈਠੇ ਸੀ, ਉਹਨਾਂ ਕਿਹਾ ਜੀ ਇਹ ਦੇਣਗੇ KPK ਗਵਰਨਮੈਂਟ। ਤੇ ਇਹਨਾਂ ਨੇ ਯਾਨੀ ਕਿ ਇਹ ਉਹਨਾਂ ਦੀ ਡਿਮਾਂਡ ਨਹੀਂ ਸੀ, ਇਹ ਚਰਚ ਦੀ ਬਿਸ਼ਪ ਸਾਹਿਬ ਦੀ ਡਿਮਾਂਡ ਸੀ ਕਿ ਐਂਡੋਲਮੈਂਟ ਫੰਡ ਬਣਾਇਆ ਜਾਏ। ਐਂਡੋਲਮੈਂਟ ਫੰਡ ਬਣਾਇਆ ਜਾਏ, ਠੀਕ ਹੈ ਜੀ, ਐਂਡੋਲਮੈਂਟ ਫੰਡ ਬਣਾ ਦਿੱਤਾ ਜਾਏ ਤਾਂ ਕਿ ਕਿਹੜੇ ਯਾਨੀ ਕਿ ਯਤੀਮ ਬੱਚੇ ਨੇ ਜਾਂ ਬੇਵਾ ਔਰਤਾਂ ਨੇ ਉਹਨਾਂ ਲਈ ਇੱਕ ਅਮਾਉਂਟ ਫਿਕਸ ਹੋ ਜਾਵੇ ਔਰ ਤਾਂ ਕਿ ਉਹਨਾਂ ਦਾ ਉਹ ਸਾਰਾ ਕਿਹੜਾ ਯਾਨੀ ਕਿ ਰਿਲੀਫ ਪੈਕੇਜ ਹੈ ਉਹਨਾਂ ਦੀ ਹੈਲਪ, ਯਾਨੀ ਮੁਸਲਸਲ ਉਹਨਾਂ ਨੂੰ ਕੁਛ ਨਾ ਕੁਛ ਮਿਲਦਾ ਰਹੇ ਲਾਈਫ ਟਾਈਮ ਲਈ, ਤਾਂ ਕਿ ਇਹ ਨਾ ਹੋਵੇ ਕਿ ਇੱਕ ਵਾਰੀ ਮਿਲ ਜਾਏ ਔਰ ਖਤਮ ਹੋ ਜਾਏ। ਬਲਕਿ ਐਂਡੋਲਮੈਂਟ ਫੰਡ ਜਿਹੜਾ ਹਮੇਸ਼ਾ ਉਹਦੇ ਚ ਕੋਈ ਉਹ ਜਿਹੜਾ ਹੈ ਉਹ ਬੈਂਕਸ ਨੂੰ ਜਾਂ ਕਿਸੇ ਜਗ੍ਹਾ ਤੇ ਰੱਖ ਦਿੱਤਾ ਜਾਏ ਔਰ ਉੱਥੋਂ ਉਹਦੇ ਮੁਨਾਫੇ ਦੇ ਨਾਲ ਜਿਹੜੇ ਫੈਮਿਲੀਜ਼ ਨੂੰ ਪਲਦੀਆਂ ਰਹਿਣ। ਹਾਂਜੀ, ਉਸ ਤੋਂ ਬਾਅਦ ਤੁਹਾਨੂੰ ਯਾਦ ਹੋਏਗਾ ਕਿ ਨੈਕਸਟ ਐਤਵਾਰ ਨੂੰ ਫਿਰ ਬਲਾਸਟ ਹੋ ਗਿਆ। ਜੀ ਬਿਲਕੁਲ, ਠੀਕ ਹੈ ਜੀ, ਬਲਾਸਟ ਹੋਇਆ ਔਰ ਉੱਥੇ ਯਾਨੀ ਕਿ ਤੁਹਾਨੂੰ ਪਤਾ ਕਿ ਉਦੋਂ ਮੁਲਕ ਦੀ ਸੂਰਤ-ਹਾਲ ਕੀ ਸੀ, ਰੋਜ਼ ਜੀ ਬਲਾਸਟ ਹੋ ਰਹੇ ਸੀ, ਗੱਡੀ 'ਚ ਹੋ ਰਿਹਾ ਹੈ, ਗੌਰਮੈਂਟ ਮੁਲਾਜ਼ਮ ਗੱਡੀ 'ਚ ਜਾ ਰਹੇ ਸੀ, ਉਹ ਬਲਾਸਟ ਹੋ ਗਿਆ, ਇਹ ਚੀਜ਼ਾਂ ਚੱਲ ਰਹੀਆਂ ਸੀ। ਡਿਲੇ ਹੋ ਗਿਆ ਐਂਡੋਲਮੈਂਟ ਫੰਡ ਤੇ ਔਰ ਸਿੰਧ ਦੀ ਗੌਰਮੈਂਟ 'ਚ।
ਜੀ ਇਹਦੇ ਦੌਰਾਨ ਸਾਡੇ ਦੋਸਤ ਨੇ ਹਿੰਦੂ, ਜੀ ਖੁਦਾ ਉਹਨਾਂ ਨੂੰ ਜ਼ਿੰਦਗੀ, ਡੈਥ ਹੋ ਗਈ ਉਹਨਾਂ ਦੀ। ਉਹਨਾਂ ਦੀ ਇੱਕ ਆਰਗੇਨਾਈਜੇਸ਼ਨ ਸੀ ਜਸਟਿਸ ਹੈਲਪਲਾਈਨ, ਜੀ ਉਹਨਾਂ ਵੱਲੋਂ ਉਹਨਾਂ ਨੇ ਇੱਕ ਐਪਲੀਕੇਸ਼ਨ ਮੂਵ ਕੀਤੀ। ਜਿਹੜੇ ਉਸ ਵਕਤ ਚੀਫ ਜਸਟਿਸ ਪਾਕਿਸਤਾਨ ਸਨ, ਉਹਨਾਂ ਨੇ ਉਸ ਐਪਲੀਕੇਸ਼ਨ ਉੱਤੇ ਸੋ ਮੋਟੋ ਲੈ ਲਿਆ। ਜਦੋਂ ਸੋ ਮੋਟੋ ਲਿਆ ਤੇ ਨੋਟਿਸ ਹੋਏ, ਔਰ ਮਜ਼ੇਦਾਰੀ ਦੀ ਗੱਲ ਦੇਖ ਲਓ ਕਿ ਉਹ ਨੋਟਿਸ ਪਸ਼ਾਵਰ ਚਰਚ ਨੂੰ ਨਹੀਂ ਹੋਇਆ, ਜੀ ਪਸ਼ਾਵਰ ਵਾਲਿਆਂ ਨੂੰ ਨਹੀਂ ਬੁਲਾਇਆ, ਨਾ ਕੀ ਆਇਆ। ਜੀ ਠੀਕ ਹੈ ਜੀ। ਉਹਦੇ 'ਚ ਲਾਹੌਰ ਜੀ ਤੋਂ ਔਰ ਕਰਾਚੀ ਤੋਂ ਲੋਕ ਆਏ, ਜੀ ਅਸੀਂ ਵੀ ਪੇਸ਼ ਹੋਏ ਉੱਥੇ। ਕਿਦੋਂ ਦਾ ਤੁਸੀਂ ਉਸ ਯਾਨੀ ਕਮੇਟੀ ਦਾ ਜਾਂ ਉਸ ਜਿਹੜਾ ਗਰੁੱਪ ਸੀ ਉਹਦਾ ਹਿੱਸਾ ਸੋ, ਜਿਨ੍ਹਾਂ ਨੂੰ ਸੋ ਮੋਟੋ ਚ ਬੁਲਾਇਆ ਗਿਆ? ਜੀ, ਅਸੀਂ ਪੇਸ਼ ਹੋਏ ਔਰ ਸਾਡੇ ਵੱਲੋਂ ਕਿਹੜਾ ਮਸਲਾ ਸੀ ਉਹ ਇਹ ਸੀ ਕਿ ਕੰਪਨਸੇਸ਼ਨ ਨਹੀਂ ਦਿੱਤੀ ਗਈ। ਸਹੀ, ਠੀਕ ਹੈ ਜੀ। ਉਸ ਤੋਂ ਬਾਅਦ ਕੀ ਹੋਇਆ ਕਿ ਕਦੋਂ ਕੇਸ ਚੱਲਿਆ, ਇਹ 2013 ਦੀ ਗੱਲ ਹੈ ਜੀ ਬਿਲਕੁਲ, ਜੀ ਜੀ 14 ਦੀ 14 ਹਾਂਜੀ, ਕਿਉਂਕਿ ਸੋਮੋਟੋ 1 ਕਿਹੜਾ ਸੀ ਉਹ ਯਾਨੀ ਕਿ ਆਫਟਰ ਹੁੰਦਾ 1 ਮਹੀਨਾ ਬਾਅਦ ਲਿਆ ਗਿਆ। ਉਹ ਕਦੋਂ ਸੋਮੋਟੋ ਲਿਆ ਗਿਆ ਤੇ ਉੱਥੇ ਦੱਸਿਆ ਗਿਆ, ਠੀਕ ਹੈ ਜੀ, ਕਿ ਕੰਪਨਸੇਸ਼ਨ ਜਿਹੜੀ ਅਨਾਉਂਸਮੈਂਟ ਕੀਤੀ ਹੈ ਉਹ ਪੀਪਲਸ ਪਾਰਟੀ ਨੇ ਨਹੀਂ ਦਿੱਤੀ। ਉਹਨਾਂ ਤੇ ਕਦੋਂ ਡਾਇਰੈਕਸ਼ਨ ਕੀਤੀ ਚੀਫ ਸਾਹਿਬ ਨੇ, ਫੌਰੀ ਤੌਰ ਤੇ ਸੇਮ ਪੈਕੇਜ ਉੱਥੇ ਦਿੱਤਾ ਗਿਆ। ਯਾਨੀ ਕਿ ਕਿਹੜਾ ਸ਼ਹੀਦ ਹੋਇਆ 5 ਲੱਖ, ਕਿਹੜਾ ਜ਼ਿਆਦਾ ਜ਼ਖਮੀ ਹੈ 2 ਲੱਖ ਔਰ 1 ਲੱਖ, ਜਿਹੜਾ ਐਕਟ ਸੀ। ਯਾਨੀ ਕਿ ਕਿਉਂਕਿ ਬਦਕਿਸਮਤੀ ਹੈਗੀ ਕਿ ਸਾਡੇ ਲੋਕਾਂ ਨੂੰ ਕੁਝ ਪਤਾ ਵੀ ਨਹੀਂ ਕਿ ਕੰਪਨਸੇਸ਼ਨ ਵੀ ਕਿਸ ਤਰ੍ਹਾਂ ਲੈਣੀ ਹੈ ਜੀ। ਉਹ ਐਕਟ ਦੇ ਤਹਿਤ ਮਿਲਦੀ ਹੈ ਔਰ ਕੁਝ ਯਾਨੀ ਕਿ ਕਿਹੜੇ ਸਰਕਾਰੀ ਮੁਲਾਜ਼ਮੀਨ ਹੁੰਦੇ ਨੇ ਉਹਨਾਂ ਨੂੰ ਜ਼ਿਆਦਾ ਅਮਾਉਂਟ ਮਿਲਦੀ ਹੈ। ਉਹਦੇ ਵਾਸਤੇ ਯਾਨੀ ਕਿ ਉਹ ਸਕਸੈਸ਼ਨ ਸਰਟੀਫਿਕੇਟ ਔਰ ਵੀ ਫਾਰਮੈਲਿਟੀਜ਼ ਕਿਹੜੀਆਂ ਹੁੰਦੀਆਂ ਨੇ। ਔਰ ਉਦੋਂ ਕਿਦੋਂ ਯਾਨੀ ਕਿ ਉਹ ਇੰਨੀ ਵੱਡਾ ਸਾਨਿਆ ਹੁੰਦਾ ਤੇ ਉਹਦੇ 'ਚ ਮੁਸ਼ਕਲ ਹੁੰਦਾ FIR 'ਚ ਇੰਨੇ ਨਾਂ ਕਰਨੇ, ਲੇਕਿਨ ਉਹ ਨਾਮ ਦਰੁਸਤ ਹੋਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਇਹ ਕਿਹੜਾ ਕੰਪਨਸੇਸ਼ਨ ਕਿਹੜਾ ਪੈਸਾ ਹੈ, ਇਹ ਨਾਂ ਤੇ ਤੁਸੀਂ ਕ੍ਰਾਸ ਚੈੱਕ ਲੈ ਸਕਦੇ ਹੋ। ਇਹ ਚੈੱਕ ਜਿਹੜਾ ਨਾ ਇਹ ਉਸੇ ਨਾਂ ਤੇ ਹੀ ਦਿੱਤਾ ਜਾਣਾ। ਇਹ ਹੋ ਗਿਆ ਕੰਪਨਸੇਸ਼ਨ ਦਾ, ਸਾਨੂੰ ਸਮਝ ਆ ਗਿਆ। ਹਾਂਜੀ, ਪੀਪਲਸ ਪਾਰਟੀ ਨੇ ਵੀ ਦੇ ਦਿੱਤਾ ਔਰ ਬਾਕੀ ਲੋਕਾਂ ਨੇ ਵੀ ਦੇ ਦਿੱਤਾ, ਲੇਕਿਨ ਇੱਥੇ ਮੈਂ ਇੱਕ ਸ਼ਖਸ ਦਾ ਨਾਮ ਲੈਣਾ ਜ਼ਰੂਰੀ ਸਮਝਣਾ ਵਾ, ਉਹ ਹੈ ਜੌਨਸਨ ਮਾਈਕਲ ਜੀ, ਜਿਹੜੇ ਫੈਸਲਾਬਾਦ ਤੋਂ ਨੇ। ਉਹਨਾਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ। ਕਿੰਨੇ ਜ਼ਖਮੀ ਸਨ ਲੋਕ, ਉਹਨਾਂ ਨੂੰ ਇੱਕ ਵੱਡੇ ਪ੍ਰਾਈਵੇਟ ਹਸਪੀਟਲ ਸੇ ਲੈ ਕੇ ਗਿਆ। ਔਰ ਬਦਕਿਸਮਤੀ ਮੈਂ ਤੁਹਾਨੂੰ ਇੱਕ ਐਸੀ ਸ਼ੇਅਰ ਕਰਾਂਗਾ ਕਿ ਕਿਹੜਾ ਸਾਡਾ ਹਸਪੀਟਲ ਸੀ ਕ੍ਰਿਸਚੀਅਨ ਹਸਪੀਟਲ, ਜੀ ਉਹਨਾਂ ਕੋਲ ਨਾ ਕੋਈ ਦਵਾਈ ਤੇ ਨਾ ਕੋਈ ਪੱਟੀ ਤੇ ਨਾ ਮਿਸ਼ਨ ਹਸਪੀਟਲ ਜਿਹੜਾ, ਹਾਂਜੀ, ਈਵਨ ਕਿ ਕਿਹੜੇ ਵਿਕਟਮ ਸਨ ਉਹਨਾਂ ਨੂੰ AC ਤੱਕ ਪ੍ਰੋਵਾਈਡ ਕਰਨ 'ਚ ਉਹਨਾਂ ਨੂੰ ਤਕਲੀਫ ਹੁੰਦੀ ਸੀ। ਇਹ ਸਾਡੇ ਮਿਸ਼ਨ ਹਸਪੀਟਲ ਜੀ ਪਿਸ਼ਾਵਰ ਦਾ ਜੀ, ਬਲਕਿ ਉਹਨਾਂ ਨੂੰ ਮੈਡੀਸਨ ਵੀ ਅੱਜ ਵੀ ਮੈਨੂੰ ਯਾਦ ਹੈ ਕਿ ਬਾਜੀ ਆਫੀਆ ਨੇ ਉਹਨਾਂ ਨੇ ਲੈ ਕੇ ਦਿੱਤੀ ਸੀ। ਇੱਕ ਵੱਡਾ ਯਾਨੀ ਕਿ ਕਾਟਨ ਜਿਹੜਾ ਸੀ ਉਹ ਹਸਪੀਟਲ ਮੈਡੀਸਨ ਦਾ ਦਿੱਤਾ ਗਿਆ। ਇਹ ਸਾਡੀ ਸੂਰਤ-ਹਾਲ ਸੀ। ਲੇਕਿਨ ਥੈਂਕ ਗਾਡ ਕਿਹੜੇ ਬੱਚੇ ਯਾਨੀ ਕਿ ਅਸੀਂ ਸ਼ਿਫਟ ਕੀਤੇ ਸੀ ਪਿੰਮਸ ਔਰ ਇਸਲਾਮਾਬਾਦ 'ਚ, ਉਹਨਾਂ 'ਚ ਇੱਕ ਬੱਚੀ ਕਿਉਂਕਿ ਜ਼ਿਆਦਾ ਜਲ ਗਈ ਸੀ 75%, ਉਹਦੀ ਡੈਥ ਹੋ ਗਈ। ਬਾਕੀ ਬੱਚੇ ਜਿਹੜੇ ਉਹ ਹੋ ਗਏ, ਰਿਕਵਰ ਹੋ ਗਏ। ਉਸ ਤੋਂ ਬਾਅਦ ਆ ਜਾਂਦੇ ਹਾਂ ਜੀ ਅਸੀਂ ਉੱਥੇ, ਮੇਰੇ ਦੋਸਤ ਨੇ ਉਹਨਾਂ ਨੂੰ ਵੀ ਡੈਥ ਹੋ ਗਈ, ਉਹਨਾਂ ਦੀ ਪਿਆਰਾ ਸਾਹਿਬ ਜਵੇਦ ਪਿਆਰਾ। ਉਹਨਾਂ ਨੇ ਇੱਕ ਐਪਲੀਕੇਸ਼ਨ ਮੂਵ ਕੀਤੀ ਸੀ ਇਹਦੇ ਤੇ ਕਿ ਸਾਨੂੰ 20 ਕਰੋੜ ਰੁਪਇਆ ਜਿਹੜਾ ਕੰਪਨਸੇਸ਼ਨ ਨਹੀਂ ਮਿਲੀ। ਲੇਕਿਨ ਅਦਾਲਤ ਨੇ ਇੱਕ ਬਹੁਤ, ਮੈਂ ਕਹਿੰਦਾ ਕਿ ਇਹ ਸ਼ਹੀਦਾਂ ਦੇ ਲਹੂ ਦਾ ਕਿਹੜਾ ਸੀ ਨਾ ਉਹ ਅਸਰ ਸੀ, ਉਹ ਫੈਸਲਾ ਹੋ ਰਿਹਾ ਸੀ। ਔਰ ਇਹ ਕਿਹੜੀ ਲੈਂਡਮਾਰਕ ਜੱਜਮੈਂਟ ਹੈ ਇਹਦੇ ਤੇ, ਇਹ ਨਹੀਂ ਹੈ ਕਿ ਉਹ ਹੀ ਫੈਸਲੇ ਹੋਏ, ਇਹ ਤਾਂ ਹਯਾਤ ਹੈ ਔਰ ਇਹ ਚੱਲ ਰਹੀ ਹੈ। ਔਰ ਇਹਦੇ ਉੱਤੇ ਮੈਂ ਜ਼ਰਾ ਦੱਸ ਦੇਵਾਂ, ਇੱਕ ਦੋ ਫੈਸਲਾ ਆਇਆ ਹੈ ਤੇ ਤਸੱਦੁਰ ਸਿੰਘ ਜਲਾਨੀ ਸਾਹਿਬ ਨੇ ਕਿਹਾ ਕਿ ਕਿੰਨੇ ਮਿਨੋਰਿਟੀ ਇਸ਼ੂ ਨੇ ਸਭ ਲਿਆ ਉਹ ਸੁਣ ਲੈਣੇ ਆ, ਸਾਰੇ ਸੁਣ ਲੈਣੇ ਜੀ। ਚਰਚਿਸ ਨੂੰ ਵੀ ਕਹਿ ਦਿੱਤਾ ਔਰ ਅਸੀਂ ਸਾਰੇ ਲੋਕ ਵੀ, ਕਿਉਂਕਿ ਇਹਦੇ ਚ ਤੇ ਮੰਦਰਾਂ ਨੂੰ ਵੀ ਕਿਹਾ ਗਿਆ, तमाम यानी कि रमेश कुमार साहब और बाकी यानी कि तमाम। लेकिन ਅਸੀਂ ਕਿਉਂਕਿ ਰੈਗੂਲਰ ਪੇਸ਼ ਹੋ ਰਹੇ ਸਾਂ, ਉਹਦੇ 'ਚ 19 ਜੂਨ 2014 ਨੂੰ ਇੱਕ ਡਿਸੀਜਨ ਆ ਗਿਆ। ਔਰ ਡਿਸੀਜਨ ਜਿਹੜਾ ਆਇਆ ਕਦੋਂ ਦੇਖਿਆ, ਉਹਦੇ 'ਚ KPK ਗਵਰਨਮੈਂਟ ਨੇ ਕਲੇਮ ਕੀਤਾ ਕਿ ਅਸੀਂ ਆਲਰੇਡੀ ਕੰਪਨਸੇਸ਼ਨ ਦੇ ਪੈਸੇ ਦੇ ਛੱਡੇ ਨੇ, ਅਸੀਂ ਕੁਝ ਨਹੀਂ ਦੇਣਾ। ਠੀਕ ਹੈ ਜੀ।
ਔਰ ਬਾਕੀ ਕਿਹੜੀਆਂ ਸ਼ਾਦੀਆਂ ਦੀ ਚਰਚ ਵੱਲੋਂ ਗੱਲ ਗਈ ਸੀ ਜੀ ਉਹਨੇ ਕਿਹਾ ਜੀ ਆਲਰੇਡੀ ਸ਼ਾਦੀਆਂ ਦੇ 150 ਬਾਅਦ ਹੀ ਸਾਡੇ ਕੋਲ ਰਜਿਸਟਰ ਨੇ, ਸ਼ਾਦੀਆਂ ਹੋ ਰਹੀਆਂ ਨੇ। ਇਹ ਟੌਪਿਕ ਨਹੀਂ ਹੈ, ਲੇਕਿਨ ਮੈਂ ਵੈਸੇ ਦੱਸ ਰਿਹਾ ਵਾਂ। ਉਸ ਤੋਂ ਬਾਅਦ ਸੋ ਮੋਟੋ 1 ਨੇ ਜਿਹੜਾ ਜੀ ਉਹਦੇ 'ਚ ਇੱਕ ਲੈਂਡਮਾਰਕ ਜੱਜਮੈਂਟ ਆ ਗਈ। ਔਰ ਉਸ ਜੱਜਮੈਂਟ ਉੱਤੇ ਕਿਹੜੀ ਇੱਕ ਚੀਫ ਜਸਟਿਸ ਸਾਹਿਬ ਦੀ ਲਿਖੀ ਹੋਈ ਨਜ਼ਮ ਹੈ ਜੀ इंसाफ सबके लिए, वो सुप्रीम कोर्ट की वड्डी दीवार उत्ते लगा दी गई। उस जजमेंट की किहड़ी नज़म सी। और तुसीं यकीन नहीं करना इहदे उत्ते इंप्लीमेंटेशन कराउण वास्ते जदों जाईदा सी उहनूं हत्थ लाईदा सी कि खुदावंदा रहम कर दे, ਇਹ तेरी कौम दे खून नाल लिखी हुई जजमेंट है। सानू एक मेरे दोस्त ने, मैं नाम नहीं लेना चाहांगा, उन्होंने कहा जी असी तुहानू वकील देने आ, तुसी आओ जी, क्योंकि जवेद साहब नाल यही मसला सी कि वकील पेमेंट ना कर सके। ठीक है जी, जदों कि सो मोटो च जरूरत भी नहीं सी, लेकिन दोस्त ने साडे ने कहा, लेकिन असी 6 घंटे सुप्रीम कोर्ट च उन्हां दा इंतजार किया, लेकिन उन्हां वकील नहीं घल्लिया। लास्ट फिर असी फैसला किया कि असी खुद CMA करांगे। मैं ते डॉक्टर रमेश कुमार ਉਹ ਗੱਲਾਂ ਨਹੀਂ ਕਰੀਆਂ ਡਾਕੂਮੈਂਟ ਜੀ ਜੀ ਅਸੀਂ ਤੁਹਾਨੂੰ ਪ੍ਰੂਫ ਦਾਂਗੇ, ਅਸੀਂ ਉਹ ਡਾਕੂਮੈਂਟਸ ਤੁਹਾਡੇ ਕੋਲ ਮੰਗਾਂਗੇ ਜੀ, ਇੱਕ ਚੀਜ਼ ਦਾਂਗੇ। ਮੈਂ ਤੇ ਡਾਕਟਰ ਰਮੇਸ਼ ਕੁਮਾਰ ਉਹ ਹਿੰਦੂਆਂ ਦੇ ਰਿਪਰੈਜ਼ੈਂਟੇਟਿਵ ਸਨ ਔਰ ਮੈਂ ਕ੍ਰਿਸਚੀਅਨ ਕਮਿਊਨਿਟੀ ਵੱਲੋਂ ਵਾਇਸ ਆਫ ਕ੍ਰਿਸਚੀਅਨ ਇੰਟਰਨੈਸ਼ਨਲ ਵੱਲੋਂ ਪੇਸ਼ ਹੋਇਆ ਸੀ। ਸਿਲਸਿਲਾ ਚੱਲਦਾ ਰਿਹਾ। ਠੀਕ ਹੈ ਜੀ, ਸਾਡੀ ਬਿਸ਼ਪ ਨਾਲ ਮੀਟਿੰਗ ਹੋਈ। ਠੀਕ ਹੈ ਜੀ, ਉਹਨਾਂ ਨੇ ਕਿਹਾ ਜੀ ਅਨਟੋਲਮੈਂਟ ਫੰਡ ਹੈ। ਮੈਂ ਹਮੇਸ਼ਾ ਕਹਿੰਦਾ ਕਿਸ ਚੀਜ਼ ਦਾ ਇਲਮ ਨਹੀਂ ਉਹ ਬੋਲਣਾ ਨਹੀਂ ਚਾਹੀਦਾ। ਹੁਣ ਤੁਸੀਂ ਅਨਟੋਲਮੈਂਟ ਫੰਡ ਕਦੋਂ ਸਟੈਬਲਿਸ਼ ਕਰਨ ਦਾ ਗਵਰਨਮੈਂਟ ਨੂੰ ਕਿਹਾ ਹੈ ਜੀ, ਤੇ ਗਵਰਨਮੈਂਟ ਨੇ ਆਪਣੇ ਪੈਰਾਮੀਟਰ, ਆਪਣੇ ਰੂਲ, ਆਪਣੇ ਲਾ ਨਾਲੋਂ ਸਟੈਬਲਿਸ਼ ਕਰਨਾ ਹੈ। ਮੇਰੇ ਕੁਝ ਦੋਸਤ ਨੇ ਜਿਨ੍ਹਾਂ ਨੂੰ ਇਹ ਹੈਗਾ ਕਿ ਪੈਸਾ ਡਿਜ਼ਾਸਟਰ ਮੈਨੇਜਮੈਂਟ 'ਚ ਚਲਾ ਗਿਆ। मेरा यही सवाल है अगला कि कुछ दोस्तों का यह भी कहना है कि पैसा जो डिजास्टर मैनेजमेंट चला गया है या वो जड़ियां कॉमन जो है माइनॉरिटीज फंड है उहदे च चला गया। ये गल, ये दोवें गल्लां ठीक नहीं या दोवें गलत ने? सर मैं तुहानूं इहदे सीधा दस दिना। उस तो बाद चीफ जस्टिस पाकिस्तान नासिर मुल्क साहब ने इहनूं टेकअप किया, क्योंकि वाहिद जजमेंट है जिंदे उत्ते जजमेंट च लिख दिता गया है कि सुप्रीम कोर्ट ऑफ पाकिस्तान 3 रुकनी बेंच जिहड़ा सैपरेट बेंच बनाउंदी रह गई जिन्ना तक मिनोरिटीज इशू खत्म नहीं होंदे। और यह सिर्फ ही पाकिस्तान की कोर्ट नूं है कि तुहानूं कोई भी मसला है तो सीधा सुप्रीम कोर्ट वो दरवाजा खुला है मिनोरिटीज वास्ते, जाओ तो करो। जो नासिर मुल्क साहब ने इन्होंने टेकअप किया तो मैं ते डॉक्टर रमेश कुमार पेश होए और मैनू चंगी तरह याद है कि असी 2015 पैसे सन जेड़े मैं पर्सनली रिक्वेस्ट की और फिर और ऑर्डर च लिखा हुआ है कि अकॉर्डिंग टू मिस्टर सैमुअल प्यारा प्राइम मिनिस्टर पब्लिक अनाउंसमेंट ते पैसे नहीं मिले किहड़े के जजमेंट च आ गया सी कि असी कंपनसेशन दे दी है, लेकिन असी उन्होंने दोबारा तो ऑन किया, केस दोबारा तो ओपन किया सी कि लॉर्डशिप साडे कोल उहदा ना कि ये कवरेज है इलैक्ट्रॉनिक मीडिया दी और प्रिंट मीडिया दी, उहदे च कोई सवाल किया गया एडिशनल एडवोकेट जनरल साहब नूं, उन्हें कहा जी बिल्कुल प्राइम मिनिस्टर साहब ने प्रॉमिस किया, लेकिन शर्त है कि पहले उनका ना कि ये KP की गवर्नमेंट करे। उनके फिर जो तीसरी हेयरिंग हुई तो असी दोबारा जो कहा कि चीफ जस्टिस ने फिर उन्होंने कहा कि हफ्ते के अंदर अंदर कंप्लीट करके रिपोर्ट मेरे ऑफिस जमा करो नासिर मुल्क साहब ने, क्योंकि सब तो ज़्यादा लॉन्ग पीरियड कि काम किया नासिर मुल्क साहब ने किया। ठीक, पैसे उन्होंने बुलाया, पैसे जिहड़े ने 10 करोड़ रुपया फेडरल गवर्नमेंट ने KP को दे दिता। हुण KP को अनडोल्ड फंड लई कोई हैड नहीं सी, अकाउंट ही कोई नहीं सी, कोई पैसा किंदे च रखन जी। जहाँ ते असी वो क्या हुंदा कि जी डायरैक्टली इन्हां नूं हुंदा ना कि जिस तरह असी एक्सरसाइज एक्ट ही नहीं होण दित्ती, प्राइम मिनिस्टर ने अनाउंस किया कोटा बम ब्लास्ट च असी डायरैक्टली हुंदा ना कि पेमेंट्स इंटीरियर ने असी रिलीज करवा दी।
ਲੇਕਿਨ ਕਿਉਂਕਿ ਇਹ ਐਂਡੋਰਮੈਂਟ ਫੰਡ ਕਿਹਾ ਗਿਆ ਸੀ, ਐਂਡੋਰਮੈਂਟ ਫੰਡ ਵਾਸਤੇ ਉੱਥੇ ਕੋਈ ਹੈਡ ਨਹੀਂ ਸੀ। ਇਹ ਗੱਲ ਹੋ ਗਈ, ਇਹ ਗੱਲ ਸਮਝ ਆ ਗਈ ਕਿ ਐਂਡੋਰਮੈਂਟ ਫੰਡ ਤੁਸੀਂ ਬਣਵਾ ਲਿਆ ਉਹਦੇ ਚ ਨਹੀਂ ਬਣਾਇਆ ਨਹੀਂ ਨਾ। ਐਂਡੋਰਮੈਂਟ ਫੰਡ ਲਈ ਤੇ ਅਸੀਂ ਪ੍ਰੈਸ਼ਰ ਕਰਕੇ ਤੇ ਪੈਸੇ ਦੇ ਦਿੱਤੇ ਇਹਨਾਂ ਜੀ, ਕਿਹਾ ਜੀ ਵੀ ਪੈਸੇ ਰਿਲੀਜ਼ ਹੋ ਗਏ, ਪੈਸੇ KPK ਗਵਰਨਮੈਂਟ ਨੂੰ ਦੇ ਦਿੱਤੇ, ਲੇਕਿਨ ਐਂਡੋਰਮੈਂਟ ਫੰਡ ਦਾ ਉੱਥੇ ਕੋਈ ਹੈਡ ਹੀ ਨਹੀਂ, ਕੋਈ ਅਕਾਊਂਟ ਹੀ ਨਹੀਂ ਸੀ। तो पैसे हुण फेडरल नूं वापस मौजूदा सूरत हाल की है। हाँ जी, मैं बिल्कुल वो भी दसना जी। वो पैसे जी चले गए डिजास्टर मैनेजमेंट च। हुण डिजास्टर मैनेजमेंट ते किदों गया ते असीं क्या जी है ते उहदा नाम की 10 करोड़ है। किदों KPK ते प्रेशर कीता उन्होंने भी 10 करोड़ पिया, हो गया 20 करोड़ पिया। ਹੁਣ ਡਿਜ਼ਾਸਟਰ ਮੈਨੇਜਮੈਂਟ ਨਾਲ ਸਾਡੀ ਮੀਟਿੰਗ ਚੱਲ ਰਹੀਆਂ, ਉਹ ਕਹਿੰਦੇ ਅਸੀਂ ਇਹਦਾ ਕੀ ਕਰੀਏ, ਅਸੀਂ ਦੇ ਵੀ ਨਹੀਂ ਸਕਦੇ ਔਰ ਇਹਦਾ ਕੋਈ ਹੈਡ ਵੀ ਨਹੀਂ ਹੈ ਜੀ। ਉਹਦੇ ਚ ਜੱਜਮੈਂਟਸ ਹੁੰਦੀਆਂ ਰਹੀਆਂ ਜੀ। ਹੁਣ ਇਸ ਤਰ੍ਹਾਂ ਹੋਇਆ ਕਿ ਕਿਦੋਂ ਉਹਦਾ ਨਾਂ ਕੀ ਹੈ, ਹੁਣ ਇਹਦੇ ਵਾਸਤੇ ਅਸੀਂ ਕਿਹਾ ਜੀ ਇਹ ਪੈਸੇ ਤੁਸੀਂ ਕਿਉਂ ਨਹੀਂ ਦੇ ਰਹੇ। ਉਹਨੇ ਕਿਹਾ ਜੀ ਇਹਦੇ ਲਈ ਕੋਈ ਵੀ ਲਾ ਮੌਜੂਦ ਨਹੀਂ ਹੈ KPK ਗਵਰਨਮੈਂਟ ਚ, ਇਹਦੇ ਲਈ ਬਕਾਇਦਾ ਕਾਨੂੰਨ ਸਾਜ਼ੀ ਹੋਣੀ। ਅਸੀਂ ਕਿਹੜੇ ਖਾਤੇ 'ਚ ਪੈ ਗਏ ਜੀ। ਲੋ ਜੀ ਕਾਨੂੰਨ ਸਾਜੀ ਅਸੀਂ ਬਾਕੀ ਕੰਮ ਹੁੰਦੇ ਰਹੇ। ਇਹਦੇ ਵਾਸਤੇ ਦੇਖੋ 2 MNA ਮੌਜੂਦ ਸਨ ਉੱਥੇ, ਇੱਕ ਆਪਣਾ ਥਾਮਸ ਸਾਹਿਬ ਹਾਂਜੀ, ਔਰ ਦੂਸਰੇ ਕਿਹੜੇ ਨੇ ਉਹਦਾ ਨਾਂ ਕਿ ਮੌਲਾਨਾ ਫਜ਼ਲੁਰ ਰਹਿਮਾਨ ਦੀ ਪਾਰਟੀ ਦੇ ਨੇ ਜਨਾਬ, ਠੀਕ ਹੈ ਨਾ ਜੀ। 2 MNA ਮੌਜੂਦ ਨੇ ਔਰ ਐਕਟਿਵਿਸਟ ਵੀ ਉੱਥੇ ਬੜੇ ਮੌਜੂਦ ਨੇ। ਔਰ ਮੈਂ ਸਮਝਦਾ ਵਾਂ ਕਿ ਅਗਸਟੀਅਨ ਸਾਹਿਬ ਜਿਹੜੇ ਕਿ ਸਾਡੇ IMRF ਦੇ ਮੈਂਬਰ ਵੀ ਨੇ, ਉਹਨਾਂ ਨੇ ਬੜੀ ਸਟਰਗਲ ਮੇਰੇ ਨਾਲ ਕੀਤੀ। ਅਸੀਂ ਜਾ ਕੇ ਮੀਟਿੰਗਸ ਕਰਦੇ ਸਾਂ। ਅਸੀਂ ਇਹ ਅਗਸਟਿਨ ਸਾਹਿਬ ਜਿਹੜੇ ਮੌਜੂਦਾ ਸਾਡੇ ਨਹੀਂ ਹੋਰ KPK ਦੇ ਨੇ। ਔਰ ਮਜ਼ੇਦਾਰੀ ਦੀ ਗੱਲ ਹੈ ਉੱਥੇ ਕਿਦੋਂ ਅਸੀਂ 15 ਚ ਜੀ ਇੱਕ ਕਿਦੋਂ ਕਿਉਂਕਿ ਡਾਇਰੈਕਸ਼ਨ ਸੀ ਕਿ ਸਪੈਸ਼ਲ ਪੁਲਿਸ ਫੋਰਸ ਬਣਾਈ ਜਾਏ, ਅਸੀਂ ਉੱਥੇ IG ਅਕਬਰ ਦੁਰਾਨੀ ਨਾਲ ਮੀਟਿੰਗਸ ਕੀਤੀਆਂ। ਅਸੀਂ ਕਿਹਾ ਜੀ ਹੈਵੀ ਥ੍ਰੈਟ ਸੇ ਤੇ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਉੱਥੇ ਬਕਾਇਦਾ ਤੌਰ ਤੇ ਗੇਟ ਲਗਾ ਦਿੱਤਾ। ਅੱਛਾ ਇਲੈਕਟ੍ਰੋਨਿਕ ਜਿਹੜਾ ਸਿਕਿਉਰਿਟੀ ਪਰਪਸ ਵਾਸਤੇ ਇੱਕ ਦਿਨ ਇਸਤੇਮਾਲ ਨਹੀਂ ਹੋਇਆ, ਉਹ 5 ਲੱਖ ਵੀ ਜ਼ਾਇਆ ਹੋ ਗਿਆ। ਠੀਕ ਹੈ ਜੀ। ਸਿਕਿਉਰਿਟੀ ਪਲਾਨ ਚਾਰੋਂ ਸੂਬਿਆਂ ਨੂੰ ਕਹਿ ਦਿੱਤਾ, ਨਾਸਰ ਮੁਲਕ ਸਾਹਿਬ ਨੇ ਡਾਇਰੈਕਸ਼ਨ ਕਰ ਦਿੱਤੀ, ਚਾਰੋਂ ਸੂਬਿਆਂ ਨੇ ਸਿਕਿਉਰਿਟੀ ਪਲਾਨ ਵੀ ਜਮ੍ਹਾਂ ਕਰਵਾ ਦਿੱਤਾ। ਉਹਦੇ ਤੇ ਅਮਲ ਦਰਾਮਦ ਕਰਾਉਣ ਵਾਸਤੇ ਫਿਰ ਸਰ ਅਸੀਂ ਪੂਰੇ ਪਾਕਿਸਤਾਨ ਦੇ ਸੂਬਿਆਂ 'ਚ ਗਏ। ਸਭ ਇਹ ਮਰਹਲਾ ਚੱਲਦਾ ਰਿਹਾ। ਉਸ ਤੋਂ ਬਾਅਦ ਚੀਫ ਜਸਟਿਸ ਜਮਾਲੀ ਸਾਹਿਬ ਆ ਗਏ, ਜਮਾਲੀ ਸਾਹਿਬ ਤੋਂ ਬਾਅਦ ਹੋਰ ਸਾਹਿਬ ਆ ਗਏ। ਐਂਡ ਕੀ ਹੋਇਆ ਜੀ, ਕਦੇ ਅਸੀਂ ਦੇਖਿਆ ਨਾ ਕਿ ਨਹੀਂ ਇਹਦੇ ਤੇ ਦੁਬਾਰਾ ਨੋਟਿਸ ਕਰਵਾਇਆ। ਇਹ ਕਦੋਂ ਤੁਸੀਂ ਕਰਾਇਆ? ਇਹ ਜੀ ਮੈਂ ਪਰਸਨਲੀ ਅਪੀਅਰ ਹੋਇਆ ਸਾਕਮ ਨਿਸਾਰ ਸਾਹਿਬ ਕੋਲ, ਚੀਫ ਜਸਟਿਸ ਸਾਹਿਬ ਦਾ ਚੀਫ। ਕਿਹੜੇ ਸੰਨ ਚ? 18 ਚ 2018 ਚ ਜੀ। ਇਹ ਤੁਸੀਂ ਦੇ ਸਕਦੇ ਹੋ ਕੋਈ ਇਹਦਾ ਜੀ? ਬਿਲਕੁਲ ਜੀ, ਐਵੀਡੈਂਸ। ਈਵਨ ਕਿ ਕਿਹੜੀ ਸਮਰੀ ਚੀਫ ਮਿਨਿਸਟਰ ਹਾਊਸ ਤੋਂ ਬਣੀ ਹੈ ਉਹਦੇ ਤੱਕ ਮੇਰਾ ਨਾਂ ਹੈ, ਸਭ ਚੀਜ਼ਾਂ ਯਾਨੀ ਕਿ ਉਸੇ ਨੋਟਿਸ ਚ ਲੈਣੇ ਆ, ਤੁਹਾਨੂੰ ਵਿਖਾਵਾਂਗੇ। ਨਾਜ਼ਰੀਨ, ਸੈਮਲ ਪੈਰਾ ਸਾਹਿਬ ਨੇ ਬਹੁਤ ਵੱਡਾ ਅੱਜ ਇਹ ਵਾਲੀ ਗੱਲ ਕੀਤੀ ਹੈ ਕਿ ਇਹਨਾਂ ਨੇ ਪਰਸਨਲੀ ਜਿਹੜਾ 2018 ਵਾਲਾ ਸਾਕਬ ਨਿਸਾਰ ਸਾਹਿਬ ਵਾਲਾ ਜਿਹੜਾ ਸੂਮੋਟਾ ਹੈ ਉਹ ਇਹਨਾਂ ਨੇ ਕਰਾਇਆ ਹੋਇਆ ਹੈ। ਤੁਸੀਂ ਨਾਲ ਤੁਸੀਂ ਦੇਖੋਗੇ ਪਰ ਅਸੀਂ ਤੁਹਾਨੂੰ ਵਿਖਾਵਾਂਗੇ ਜੀ। ਸਰ ਜੀ ਮੈਂ ਮੇਰਾ ਕੈਮਰਾ ਜਿਹੜਾ ਬਾਅਦ ਵਿੱਚ ਤੁਸੀਂ ਮੈਨੂੰ ਜੀ ਬਿਲਕੁਲ ਮੈਂ ਤੁਹਾਨੂੰ ਖਿਲਾ ਅਸੀਂ ਤੁਹਾਨੂੰ ਆਪਣੇ ਕੈਮਰੇ ਤੇ ਵਿਖਾਵਾਂਗੇ। ਉਹ ਜੀ ਨੋਟਿਸ ਅਸੀਂ ਕਰਵਾਇਆ ਜੀ, ਮੀਟਿੰਗ ਕੀਤੀ ਗਈ ਚੀਫ ਸੈਕਟਰੀ ਨੂੰ ਕਿਉਂਕਿ ਹਦਾਇਤ ਹੋਈ ਸੀ ਜੀ। ਚੀਫ ਸੈਕਟਰੀ ਸਾਹਿਬ ਨੇ ਫਿਰ ਉਹਦਾ ਨਾਂ ਕੀ ਇਹਦੇ ਉੱਤੇ ਬਕਾਇਦਾ ਤੌਰ ਤੇ ਐਕਸ਼ਨ ਕੀਤਾ। ਮੇਰੀਆਂ ਵੀ 3-4 ਮੀਟਿੰਗਸ ਹੋਈਆਂ, ਉਹਨਾਂ ਨੇ ਅਸੈਂਬਲੀ ਅਪਰੂਵ ਕਰਕੇ ਸਭ ਕੁਝ ਕਰਕੇ ਤੇ ਫਿਰ ਉਹਦਾ ਨਾਂ ਕੀ ਹੋਈ। ਅਸੀਂ ਦੁਬਾਰਾ ਫਿਰ ਚੀਫ ਸਾਹਿਬ ਨੂੰ ਕਹਿ ਦਿੱਤਾ ਜੀ, ਉਹਨਾਂ ਨੇ ਬਹਰਾਲ ਹੁਣ ਜੀ ਉਹਨਾਂ ਨੇ ਐਕਟ ਬਣਾ ਛੱਡਿਆ ਜੀ। ਉੱਤੇ ਐਕਟ ਬਣ ਗਿਆ ਹਾਂਜੀ। ਹੁਣ ਇਹ ਫੈਡਰਲ ਐਕਟ ਹੈ ਜਾਂ ਸਬਾਈ ਦਾ, ਕਿਉਂਕਿ ਪੈਸੇ ਸਬਾਈ ਦੇ ਸੀ। ਉਹਨਾਂ ਬਜਾਏ ਕਿ ਐਂਡੋਰਮੈਂਟ ਫੰਡ ਦਾ ਉਹਨਾਂ ਨੇ ਡਿਜ਼ਾਸਟਰ ਮੈਨੇਜਮੈਂਟ ਤੋਂ ਪੈਸੇ ਲੈਣ ਵਾਸਤੇ ਕੋਈ ਹੈਡ ਬਣਾਉਣ ਵਾਸਤੇ ਬਕਾਇਦਾ ਤੌਰ ਤੇ ਇਹਦੇ ਤੇ ਅਸੀਂ ਕਾਨੂੰਨ ਸਾਜ਼ੀ ਕਰਵਾ ਦਿੱਤੀ ਹੈ ਜੀ। ਕਾਨੂੰਨ ਹੀ ਬਣਾ ਦਿੱਤਾ। ਬਹੁਤ ਵੱਡੀ ਗੱਲ। ਮਿਨੋਰਿਟੀਜ਼ ਦੇ ਕਿਹੜੇ ਪੈਸੇ ਨੇ, ਮਿਨੋਰਿਟੀਜ਼ ਵਾਸਤੇ ਕਿਹੜਾ ਐਂਡੋਰਮੈਂਟ ਫੰਡ ਐਕਟ ਬਣ ਗਿਆ 2020 ਔਰ ਉਹ ਐਕਟ ਦਾ ਨਾਮ ਵੀ ਯਾਨੀ ਕਿ ਇਹ ਹੀ ਰੱਖਿਆ ਗਿਆ ਆਲ ਸੇਂਟ ਚਰਚ ਦਾ। ਠੀਕ ਹੈ। ਲੇਕਿਨ ਕਿਉਂਕਿ ਅਗਰ ਇੱਕ ਦਿਨ ਆਉਣਾ ਸੀ ਇਹ, ਕਿਉਂਕਿ ਐਂਡੋਰਮੈਂਟ ਫੰਡ ਦਾ ਮਤਲਬ ਪੈਸੇ ਹੁਣ ਇੱਕ ਦਿਨ ਆਉਣਾ ਸੀ ਕਿ ਉਹ ਸਾਰਾ ਖਤਮ ਹੋ ਜਾਣਾ ਸੀ। ਇਹਦੇ ਤੇ ਪੈਸੇ ਗਵਰਨਮੈਂਟ ਪਾਉਂਦੀ ਰਹੇਗੀ ਤਾਂ ਕਿ ਅਗਰ ਕੋਈ ਯਾਨੀ ਕਿ ਜਿਸ ਤਰ੍ਹਾਂ ਉਹਦੇ ਚ ਹੁੰਦਾ ਨਾ ਕਿ ਆਪਣੇ ਸਿੱਖ ਨੇ ਜਾਂ ਬਾਕੀ ਮਿਨੋਰਿਟੀਜ਼ ਨੇ, ਅਗਰ ਉਹਨਾਂ ਦਾ ਕੋਈ ਹੁੰਦਾ ਤੇ ਉਹ ਉਹਨਾਂ ਨੂੰ ਕੰਪਨਸੇਸ਼ਨ ਉੱਥੋਂ ਹੁੰਦੀ ਰਹੇਗੀ। ਲੇਕਿਨ ਮੈਂ ਇਸ ਚੀਜ਼ ਤੋਂ ਬਿਲਕੁਲ ਯਾਨੀ ਕਿ ਖਫਾ ਹਾਂ
ਔਰ ਮੈਂ KPK ਗਵਰਨਮੈਂਟ ਨੂੰ ਕਈ ਦਫਾ ਕਹਿ ਚੁੱਕਿਆ ਹਾਂ, ਸਭ ਤੋਂ ਜ਼ਿਆਦਾ ਪ੍ਰੈਸ ਕਾਨਫਰੰਸ ਅਸੀਂ ਕੀਤੀਆਂ ਨੇ, ਸਾਰਿਆਂ ਤੋਂ ਜ਼ਿਆਦਾ ਮੀਟਿੰਗਸ ਅਸੀਂ ਕੀਤੀਆਂ ਨੇ ਉੱਥੇ, ਔਰ ਕੰਪਨਸੇਸ਼ਨ ਵਾਸਤੇ ਸਾਰਿਆਂ ਤੋਂ ਜ਼ਿਆਦਾ ਕਿਹੜਾ ਐਂਡੋਰਮੈਂਟ ਫੰਡ, ਕਿਉਂਕਿ ਕੰਪਨਸੇਸ਼ਨ ਤੇ ਉਹਦਾ ਨਾਂ ਕੀ ਇਹ PP ਨੇ ਵੀ ਦੇ ਦਿੱਤੀ ਜੀ, ਉਹ ਦਿੱਤੀ ਔਰ ਖਤਮ ਹੋ ਗਈ ਲੋਕਾਂ ਦੀ। ਹਾਂਜੀ, ਲੇਕਿਨ ਇਹ ਐਂਡੋਰਮੈਂਟ ਫੰਡ ਸੀ, एंडोलमेंट फंड सेफ है और होना है 20 करोड़ नहीं है बल्कि 21 करोड़ हो गया होएगा। वो पैसे किहड़े यानी कि लगते रहने, वो इन्हां दा किन्ना तक असीं हैगे आ और उत्थों दे लोग भी ने, 1 रुपया भी इधर उधर नहीं हो सकता। वो इन्हां दे विक्टिम्स दे पैसे ने, वो विक्टिम दे पैसे उत्थे मौजूद ने। ਤੁਸੀਂ ਬੜਾ ਖੂਬਸੂਰਤ ਸਾਨੂੰ ਇਹ ਤਾਂ ਬੜੀ ਅੱਛੀ ਗੱਲ ਹੋ ਗਈ ਔਰ ਇਹੀ ਅੱਜ ਮੁੱਦੇ ਦੀ ਗੱਲ ਸੀ ਜਿਹੜੀ ਅਸੀਂ ਚਾਹ ਰਹੇ ਸਾਂ ਕਿ ਇਹ ਤੇ ਇੱਕ ਵਾਰੀ ਕਲੀਅਰ ਹੋਵੇ। ਅੱਛਾ, ਦੂਸਰਾ ਮੈਂ ਇੱਕ ਜੀ ਯਾਨੀ ਕਿ ਤੁਸੀਂ ਬੈਂਕ 'ਚ ਜਾ ਸਕਦੇ ਹੋ ਜੀ, ਵਿਕਟਮ ਕਿਨੂੰ ਮਸਲਾ ਹੈ ਕਿ ਪਤਾ ਨਹੀਂ ਪੈਸੇ ਇੱਧਰ ਚਲੇ ਗਏ ਨੇ ਜਾਂ ਮੇਰਾ ਅਗਲਾ ਸਵਾਲ ਇਹੋ ਹੀ ਸੀ ਕਿ ਅਗਰ ਕੋਈ ਆਪਣੇ ਤੌਰ ਤੇ ਜਾਂ ਕੋਈ ਤਨਜ਼ੀਮ ਦੇ ਤੌਰ ਤੇ ਚੈੱਕ ਕਰਨਾ ਚਾਹੇ ਤਾਂ ਕਿਸ ਤਰ੍ਹਾਂ ਚੈੱਕ ਕਰੇ? ਸਰ ਦੇਖੋ, ਇਹ ਕਿਹੜੀ ਯਾਨੀ ਕਿ ਡਾਇਰੈਕਸ਼ਨਸ ਜਾਂ ਬਿੱਲ ਜਾਂ ਸਾਰਾ ਉਹ ਪ੍ਰੋਪਰਟੀ ਹੈ, ਪਬਲਿਕ ਪ੍ਰੋਪਰਟੀ, ਇਹ ਕੋਈ ਸਾਡਾ ਨਹੀਂ ਹੈ। ਅਸੀਂ ਤੇ ਦੇਖੋ ਇਹਨਾਂ ਨੇ ਕਿਹਾ ਜੀ ਪੈਸੇ ਨਹੀਂ ਨੇ, ਅਸੀਂ 20 ਕਰੋੜ ਉੱਤੇ ਕਰ ਦਿੱਤਾ, ਅੱਗੋਂ ਨਾ ਬੁਲਾ ਲੈ ਕੇ ਸਾਡੀ ਕੋਈ ਨਹੀਂ। ਜਾਂ ਤਾਂ ਕਹਿੰਦੇ ਨਾ ਕੰਪਨਸੇਸ਼ਨ ਸਿੱਧਾ ਅਸੀਂ DCO ਹੋਮ ਨੂੰ ਘਲਾਉਂਦੇ, ਹੀਮ DCO ਕੋਲੋਂ ਲਿਸਟਾਂ ਲੈਂਦੇ, ਡਿਸਟ੍ਰੀਬਿਊਸ਼ਨ ਕਰ ਦਿੰਦੀ, ਕਿਉਂਕਿ ਇਹਦੇ ਲਈ ਐਕਟ ਬਣਨਾ ਸੀ ਤੇ ਕਾਨੂੰਨ ਸਾਜ਼ੀਆਂ ਲਈ ਫਿਰ ਤੁਹਾਨੂੰ ਪਤਾ ਟਾਈਮ ਥੋੜਾ ਟਾਈਮ ਲੱਗੇ। ਇਹ ਜੀ ਸਾਰੀ ਕਾਨੂੰਨ ਸਾਜ਼ੀ ਦੇ ਵਿੱਚ IMRF ਜਿਹੜਾ ਹੈ, ਯਾਨੀ ਤੁਹਾਡਾ ਜਿਹੜਾ ਗਰੁੱਪ ਹੈ ਜਾਂ ਤੁਹਾਡੀ ਜਿਹੜੀ ਤਨਜ਼ੀਮ ਜਾਂ ਤੁਹਾਡੇ ਜਿਹੜੇ ਦੋਸਤ ਨੇ, ਉਹਨਾਂ ਦਾ ਕੀ ਕਰੈਕਟਰ ਹੈ? ਦੇਖੋ ਜੀ, ਮੈਂ ਇਹਦੇ ਚ ਉਹਦਾ ਨਾਂ ਕੀ ਕਰੈਕਟਰ ਹੈ ਕਿ ਸਾਡੀਆਂ ਮੀਟਿੰਗਸ ਹੁੰਦੀਆਂ ਰਹੀਆਂ ਨੇ, ਫਿਰ ਕਿਹੜੀਆਂ ਪ੍ਰਿੰਸੀਪਲ ਗਾਈਡਲਾਈਨਸ ਬਣਦੀਆਂ ਰਹੀਆਂ ਨੇ ਉਹ, ਔਰ ਫਿਰ ਉਹਦਾ ਨਾਂ ਕੀ ਇਹ ਕਿਹੜਾ ਮਿਨੋਰਟੀ ਅਫੇਅਰ ਡਿਪਾਰਟਮੈਂਟ ਹੈ ਉਹ ਬਕਾਇਦਾ ਸਾਨੂੰ ਬੁਲਾਉਂਦਾ ਰਿਹਾ ਹੈ। ਨਾਜ਼ਰੀਨ, ਤੁਸੀਂ ਅੱਜ ਸੈਮੂਅਲ ਪਿਆਰਾ ਸਾਹਿਬ ਦੀ ਇਸ ਸ਼ੋਧਾ ਦੇ ਹਵਾਲੇ ਨਾਲ ਜਿਹੜੀ ਗੱਲਬਾਤ ਹੈ ਉਹ ਤੁਸੀਂ ਸੁਣੀ ਹੈ। ਅੱਜ ਸ਼ਹੀਦਾਂ ਦਾ ਦਿਨ ਹੈ। ਯਿਸੂ ਮਸੀਹ ਦੇ ਨਾਂ ਤੇ ਜਿਹੜਾ ਆਪਣੀ ਜਾਨ ਨੂੰ ਦਿੰਦਾ ਹੈ ਉਹ ਜ਼ਿੰਦਗੀ ਦਾ ਤਾਜ ਪਾਉਂਦਾ ਹੈ, ਕਿਉਂ ਜੋ ਇਹ ਮੇਰਾ ਤੇ ਸੈਮੂਅਲ ਪਿਆਰੇ ਦਾ ਜਾਂ ਕਿਸੇ ਇੱਕ ਆਦਮੀ ਦਾ ਵਾਦਾ ਨਹੀਂ, ਪਰ ਇਹ ਆਪ ਖੁਦਾ ਦੇ ਪੁੱਤਰ ਯਿਸੂ ਮਸੀਹ ਦਾ ਵਾਦਾ ਹੈ ਵੀ ਜਿਹੜਾ ਮੇਰੀ ਖਾਤਰ ਆਪਣੀ ਜਾਨ ਨੂੰ ਦਿੰਦਾ ਹੈ ਉਹ ਜ਼ਿੰਦਗੀ ਦਾ ਤਾਜ ਮੇਰੇ ਕੋ ਪਾਏਗਾ। ਔਰ ਯਿਸੂ ਮਸੀਹ ਆਖਿਆ ਬਈ ਜਿਹੜਾ ਮੇਰੇ ਤੇ ਈਮਾਨ ਰੱਖਦਿਆਂ ਹੋਇਆ ਮਰਦਾ ਹੈ ਉਹ ਕਦੀ ਨਹੀਂ ਮਰਦਾ ਹੈ, ਤੇ ਜਿਹੜਾ ਜਿਉਂਦਿਆਂ ਹੋਇਆ ਮੇਰੇ ਤੇ ਈਮਾਨ ਰੱਖਦਾ ਹੈ ਉਹ ਕਦੀ ਵੀ ਨਾ ਮਰਦਾ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਜਿੰਨੇ ਵੀ ਸ਼ਹੀਦਾਂ ਨੇ ਆਪਣੀ ਜਾਨ ਦਿੱਤੀ ਹੈ, ਜਿੰਨੇ ਜ਼ਖਮੀਆਂ ਨੇ ਆਪਣੇ ਜ਼ਖਮ ਜਿਹੜੇ ਨੇ ਉਹ ਲਏ ਨੇ, ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਸਾਰਿਆਂ ਵਾਸਤੇ ਯਿਸੂ ਮਸੀਹ ਨੇ ਆਪਣੇ ਤੇ ਜ਼ਖਮ ਲਏ ਔਰ ਆਪਣੀ ਸ਼ਹਾਦਤ ਜਿਹੜੀ ਹੈ ਉਹ ਸਲੀਬ ਤੇ ਦਿੱਤੀ। ਇਸ ਕਰਕੇ ਕਲੀਸਿਆ ਦਾ ਪਹਿਲਾ ਸ਼ਹੀਦ ਜਿਹੜਾ ਅਸੀਂ ਸਮਝਦੇ ਹਾਂ ਉਹ ਯਿਸੂ ਮਸੀਹ ਹੈ, ਔਰ ਉਹਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਜਿਹੜਾ ਵੀ ਸ਼ਹਾਦਤ ਦਾ ਜਾਮ ਨੋਸ਼ ਕਰਦਾ ਹੈ ਉਹਨੂੰ ਵੀ ਉਹੀ ਤਾਜ ਔਰ ਉਹੀ ਪ੍ਰਿਵਿਲੇਜ ਔਰ ਉਹੀ ਪ੍ਰੋਟੋਕੋਲ ਮਿਲਦਾ ਹੈ ਖੁਦਾ ਦੇ ਹਜ਼ੂਰ ਜਿਹੜਾ ਯਿਸੂ ਮਸੀਹ ਨੂੰ ਮਿਲਿਆ, ਕਿਉਂ ਜੋ ਯਿਸੂ ਮਸੀਹ ਦਾ ਵਾਦਾ ਹੈ। ਸੋ ਅਸੀਂ ਇਸ ਉਮੀਦ ਦੇ ਨਾਲ ਆਪਣੇ ਦੋਸਤਾਂ ਦੇ ਕੋਲੋਂ ਮਤਲਬ ਅੱਜ ਦੀ ਸਾਰੀ ਗੱਲਬਾਤ ਦੇ ਨਾਲ ਇਜਾਜ਼ਤ ਚਾਹਾਂਗੇ। ਅੱਜ ਦੀ ਗੱਲ ਨੂੰ ਇੱਥੇ ਮੁਕਾਉਂਦੇ ਹਾਂ। ਸਾਨੂੰ ਦਿਓ ਇਜਾਜ਼ਤ। ਰੱਬ ਰਾਖਾ।